ਕੋਲੋਂ ਇੱਕ ਵੀ ਪੈਸਾ ਇਕੱਠਾ ਕੀਤਿਆਂ ਨਿਰੋਲ ਆਪਣੀ ਨਿੱਜੀ ਅਤੇ ਨੇਕ ਕਮਾਈ ਚੋਂ ਲੋੜਵੰਦਾਂ ਲਈ ਕਰੋੜਾਂ ਰੁਪਏ ਖਰਚਣ ਵਾਲੇ ਦੁਬਈ ਦੇ ਨਾਮਵਰ ਸਿੱਖ ਕਾਰੋਬਾਰੀ ਅਤੇ ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਦੇ ਬਾਣੀ ਡਾਕਟਰ SP ਸਿੰਘ ਓਬਰਾਏ ਵੱਲੋਂ ਲੋੜਵੰਦ ਲੋਕਾਂ ਲਈ ਸ਼ੁਰੂ ਕੀਤੀ ਗਈ ਪੈਨਸ਼ਨ ਯੋਜਨਾ ਤਹਿਤ 11,000 ਤੋਂ ਵਧੇਰੇ ਪਰਿਵਾਰਾਂ ਨੂੰ 500 ਰੁਪਏ ਤੋਂ ਲੈ ਕੇ 10,000 ਰੁਪਏ ਤੱਕ ਮਹੀਨਾਵਾਰ ਪੈਨਸ਼ਨ ਦਿੱਤੀ ਜਾ ਰਹੀ ਹੈ। ਇਸ ਸੰਬੰਧੀ ਜਾਣਕਾਰੀ ਸਾਂਝੀ ਕਰਦਿਆਂ ਡਾਕਟਰ SP ਸਿੰਘ ਓਬਰਾਏ ਨੇ ਕੀ ਕੁਝ ਦੱਸਿਆ, ਆਓ ਜਾਣਦੇ ਹਾਂ। 2013 ਦੇ ਵਿੱਚ ਜਦੋਂ ਕਿ ਸਰਬੱਤ ਦੇ ਭਲਾ ਚੈਰੀਟੇਬਲ ਟਰਸਟ ਦੀਆਂ ਜਿਹੜੀਆਂ ਐਕਟੀਵਿਟੀ ਸੀਗੀਆਂ ਉਹ ਕਾਫੀ ਵਧਣੀ ਸ਼ੁਰੂ ਹੋ ਗਈਆਂ। ਉੱਥੇ ਇੱਕ ਇਹੋ ਜਿਹਾ ਇਨਸੀਡੈਂਟ ਹੋਇਆ ਕਿ ਮਹਿਸੂਸ ਕੀਤਾ ਗਿਆ ਕਿ ਜਿਹੜੀਆਂ ਵਿਡੋਜ਼ ਨੇ ਸਾਡੀਆਂ ਜਿਹੜੀਆਂ ਕਿ 65 ਸਾਲ 70 ਸਾਲ ਦੀ ਉਮਰ ਵਿੱਚ ਵੀ 2 ਟਾਈਮ ਦਾ ਖਾਣਾ ਜਿਹੜਾ ਉਹਨਾਂ ਨੇ ਖਾਣਾ ਹੈ ਉਹ ਜਾਂ ਤਾਂ ਕਿਸੇ ਦੇ ਘਰ ਕੱਪੜੇ ਧੋ ਕੇ ਖਾ ਰਹੀਆਂ ਸੀ ਜਾਂ ਭਾਂਡੇ ਮਾਂਜ ਕੇ ਜਾਂ ਸਫਾਈਆਂ ਕਰਕੇ ਉਹ 500-700 ਰੁਪਏ ਜਿਹੜਾ ਉਹ ਕਮਾਉਂਦੀਆਂ ਸੀ। ਟਰਸਟ ਵੱਲੋਂ ਫਿਰ ਅਸੀਂ ਇਹ ਪੈਨਸ਼ਨ ਸਕੀਮ ਸ਼ੁਰੂ ਕੀਤੀ ਕਿ ਜਿਨ੍ਹਾਂ ਦੇ ਵਿੱਚ ਸਾਡੀ ਵਿਡੋ ਪੈਨਸ਼ਨਸ ਆ ਗਈ, 올ਡ ਏਜ ਪੈਨਸ਼ਨ ਹੈ, ਮੈਡੀਕਲ ਪੈਨਸ਼ਨ ਹੈ। ਸੋ ਇਸ ਤਰੀਕੇ ਨਾਲ ਜਿਹੜੀਆਂ ਹੈਂਡੀਕੈਪਡ ਹੋ ਗਏ ਇਹਨਾਂ ਨੂੰ ਅਸੀਂ ਪੈਨਸ਼ਨ ਲਾਣੀ ਸ਼ੁਰੂ ਕੀਤੀ। ਇਹਨਾਂ ਦੀ ਜਿਹੜੀ ਪੈਨਸ਼ਨ ਸੀ ਉਹ ਤਕਰੀਬਨ 750 ਰੁਪਏ ਤੋਂ ਲੈ ਕੇ ਤੇ 2,500-3,000 ਰੁਪਏ ਮਹੀਨੇ ਤੱਕ ਇੰਨੀ ਲੱਗੀ ਹੋਈ ਹੈ। ਇਸ ਤੋਂ ਇਲਾਵਾ 1984 ਦੇ ਕੁਝ ਸ਼ਹੀਦਾਂ ਦੇ ਪਰਿਵਾਰ ਸੀਗੇ ਜਿਨ੍ਹਾਂ ਦੇ ਪੈਨਸ਼ਨ ਜਿਹੜੀ ਸੀ ਉਹ 2500 ਰੁਪਏ ਮਹੀਨਾ ਉਹ ਵੀ ਪੈਨਸ਼ਨ ਸੀ ਲਗਾਈ ਗਈ। ਦੁਬਈ ਤੋਂ ਜਿਹੜੀਆਂ ਡੈੱਡ ਬੋਡੀ ਜਾਂਦੀਆਂ ਹੈਗੀਆਂ ਨੇ ਉਹ ਜਿਸਲੇ ਘਰ ਜਾ ਕੇ ਸੰਸਕਾਰ ਕਰਨ ਤੋਂ ਬਾਅਦ ਅਸੀਂ ਦੇਖਦੇ ਹਾਂ ਕਿ ਘਰ ਦੀ ਕੰਡੀਸ਼ਨ ਕਿਸ ਤਰ੍ਹਾਂ ਦੀ ਹੈ, ਇਨਕਮ ਸੋਰਸਸ ਕੀ ਹੈਗੇ ਨੇ। ਸੋ ਉੱਥੇ ਫਿਰ ਅਸੀਂ ਜਿਹੜੀ ਉਹਨਾਂ ਦੀ ਵੀ ਪੈਨਸ਼ਨ ਜਿਹੜੀ ਹੈ ਚਾਹੇ 2,500 ਜਾਂ 3,000 ਜਾਂ 5,000 ਰੁਪਏ ਮਹੀਨਾ ਜਾਂ ਕਈਆਂ ਦੀ 10,000 ਰੁਪਏ ਮਹੀਨਾ ਵਿੱਚ ਲਾਈ ਹੋਈ ਹੈ ਪੈਸੇ ਜਿਨ੍ਹਾਂ ਦੀ ਛੋਟੇ ਛੋਟੇ ਬੱਚੇ ਹੈਗੇ ਨੇ। ਸੋ ਉੱਥੋਂ ਤੱਕ ਜਿਹੜੀ ਪੈਨਸ਼ਨ ਸਾਡੀ ਇਹ ਜਾਂਦੀ ਹੈ। ਇਸੇ ਤਰ੍ਹਾਂ ਫਿਰ ਇੱਕ ਵਾਰੀ ਸਿੰਗਰ ਸੀਗੇ, ਆਰਟਿਸਟ ਹੈਗੇ ਨੇ, ਜਿਹੜੇ ਐਕਟਰ ਆ ਜਿਹੜੇ 올ਡ ਏਜ ਆ ਕੇ ਜਿਨ੍ਹਾਂ ਦਾ ਗੁਜ਼ਾਰਾ ਮੁਸ਼ਕਲ ਹੋ ਜਾਂਦਾ ਹੈ ਤੇ ਉਹ ਹੈਂਡ ਟੂ ਮਾਊਥ ਦਾ ਕੰਮ ਹੀ ਨਹੀਂ ਰਹਿੰਦਾ ਉਹਨਾਂ ਦਾ। ਸੋ ਉਹਨਾਂ ਦੀ ਜਿਹੜੀ ਪੈਨਸ਼ਨ ਅਸੀਂ ਉਹ ਵੀ 5,000 ਤੋਂ ਲੈ ਕੇ 10,000 ਦੇ ਵਿੱਚ ਜਿਹੜੀ ਪੈਨਸ਼ਨ ਹੈ ਉਹ ਵੀ ਅਸੀਂ ਕਾਫੀ ਲੋਕਾਂ ਦੀ ਲਗਾਈ ਹੈ। ਜਿੱਥੇ ਸਾਰੀਆਂ ਪੈਨਸ਼ਨਾਂ ਸਾਡੀਆਂ ਲੱਗ ਰਹੀਆਂ ਸੀ ਉੱਥੇ ਇੱਕ ਸਪੈਸ਼ਲ ਜਿਹੜਾ ਫਾਜ਼ਿਲਕਾ ਅਬੋਹਰ ਸਾਈਡ ਦੀ ਗੱਲ ਕਰੀਏ ਆਪਾਂ, ਜਦੋਂ ਉੱਥੇ ਮੈਂ ਵਿਜ਼ਿਟ ਕੀਤੀ ਸੀ ਤੇ ਉੱਥੇ ਇੱਕ ਘਰ ਦੇ ਵਿੱਚ ਅਗਰ ਇੱਕ ਕੋਈ ਬਜ਼ੁਰਗ ਹੈ ਤੇ ਉਹਦੇ ਕੋਲ 3-3 ਬੱਚੇ 2-2 ਬੱਚੇ ਸੀ ਜਿਹੜੇ MR ਬੱਚੇ ਨੇ, ਡੈਫ ਐਂਡ ਡੰਬ ਬੱਚੇ ਹੈ, ਬਲਾਈਂਡ ਬੱਚੇ ਨੇ ਜਾਂ ਹੈਂਡੀਕੈਪਡ ਹੈ। ਸੋ ਉੱਥੇ ਫਿਰ ਅਸੀਂ ਕੀ ਕੀਤਾ ਕਿ ਜਿਹੜੀ ਵਿਡੋ ਹੈਗੀ ਉਹਨੂੰ 1,000 ਰੁਪਏ ਪੈਨਸ਼ਨ ਪਲੱਸ ਜਿੰਨੇ ਉਹਦੇ ਬੱਚੇ ਨੇ, ਚਾਹੇ ਉਹਦੇ 2 ਬੱਚੇ ਜਾਂ 3 ਬੱਚੇ ਨੇ ਜਾਂ 4 ਬੱਚੇ ਨੇ, ਜਿੰਨੇ ਵੀ ਬੱਚੇ ਆ ਉਹਨਾਂ ਬੱਚਿਆਂ ਦੀ ਵੀ 1,000 ਰੁਪਏ ਪੈਨਸ਼ਨ। ਸੋ ਉਸ ਏਰੀਏ ਸਾਡੇ ਕੋਲ 700-800 ਪੈਨਸ਼ਨ ਇਸ ਤਰ੍ਹਾਂ ਦੀ ਲੱਗੀ ਹੋਈ ਹੈ ਕਿ ਜਿਨ੍ਹਾਂ ਨੂੰ 1,000 ਰੁਪਏ ਤੋਂ ਲੈ ਕੇ 5,000 ਰੁਪਏ ਮਹੀਨੇ ਤੱਕ ਜਿਹੜੀ ਪੈਨਸ਼ਨ ਅਸੀਂ ਹਰ ਮਹੀਨੇ ਪਿਛਲੇ 7-8 ਸਾਲ ਤੋਂ ਲਗਾਤਾਰ ਦੇ ਰਹੇ ਹਾਂ। ਜਿੱਥੇ ਸਾਡੀ ਪੈਨਸ਼ਨ ਸਕੀਮ ਚੱਲ ਰਹੀ ਸੀ ਉੱਥੇ ਕਈ ਵਾਰੀ ਇਹ ਵੀ ਦੇਖਣ ਚ ਆਇਆ ਕਿ ਇਹੋ ਜਿਹੇ ਲੋਕ ਹੈਗੇ ਨੇ ਜਿਹੜੇ ਇਕੱਲੇ ਰਹਿ ਰਹੇ ਨੇ ਲੇਕਿਨ ਸਿਰ ਤੇ ਛੱਤ ਨਹੀਂ ਹੈ ਉਹਨਾਂ ਦੇ, ਇੱਕ ਤੰਬੂ ਲਾ ਕੇ ਉਹਦੇ ਹੇਠਾਂ ਹੀ ਰਾਤ ਗੁਜ਼ਾਰ ਰਹੇ ਨੇ। ਸੋ ਉਸ ਤਰੀਕੇ ਨਾਲ ਫਿਰ ਅਸੀਂ ਜਿਹੜੇ ਘਰ ਬਣਾਉਣੇ ਸ਼ੁਰੂ ਕਰਕੇ ਦਿੱਤੇ। ਸੋ ਉਹ ਵੀ ਤਕਰੀਬਨ ਅਸੀਂ 800-850 ਘਰ ਜਿਹੜਾ ਹੁਣ ਤੱਕ ਬਣਾ ਕੇ ਦੇ ਚੁੱਕੇ ਹਾਂ ਜੇ ਲੋੜਵੰਦਾਂ ਨੂੰ। ਇਹ ਸਾਰੀ ਸਕੀਮਾਂ ਤੋਂ ਬਾਅਦ ਫਿਰ ਸਾਡੇ ਸ਼ਹੀਦਾਂ ਦੀ ਗੱਲ ਆ ਜਾਂਦੀ ਹੈ ਕਿ ਜਦੋਂ ਸਾਡੇ ਕਾਰਗਿਲ ਦੇ ਸ਼ਹੀਦ ਸੀ, CRPF ਦੀ BSF ਹੈਗੇ, ਗਲਵਾਨ ਘਾਟੀ ਸੀ ਉੱਥੋਂ ਦੇ ਸ਼ਹੀਦ ਸੀ ਜਿਹੜੇ ਸਾਡੇ ਪੰਜਾਬ ਦੇ 4 ਬੰਦੇ ਸੀ ਉਹਦੇ ਵਿੱਚ। ਸੋ ਉਹਨਾਂ ਦੇ ਘਰ ਵੀ ਅਸੀਂ ਗਏ ਤੇ ਜਿਸੇ ਪੁਲਵਾਮਾ ਦੇ ਹੋਇਆ ਤੇ ਪੁਲਵਾਮਾ ਜਿਹੜੇ ਸ਼ਹੀਦ ਸੀਗੇ ਉਹ ਹੋ ਗਏ। ਸੋ ਇਹਨਾਂ ਸਾਰਿਆਂ ਨੂੰ ਅਸੀਂ ਫਿਰ ਇੱਕ ਸਾਡੀ ਕਮੇਟੀ ਬਣੀ ਜਿਹੜੀ ਤੈਅ ਕਰ ਦਿੰਦੀ ਸੀ ਕਿ ਕਿੰਨੀ ਪੈਨਸ਼ਨ ਲੱਗਣੀ ਹੈ। ਸੋ 5,000 ਤੋਂ ਲੈ ਕੇ 10,000 ਰੁਪਏ ਮਹੀਨਾ ਜਿਹੜੀ ਪੈਨਸ਼ਨ ਹੈ ਉਹ ਵੀ ਨਾਲ ਦੀ ਨਾਲ ਅਸੀਂ ਲਗਾ ਦਿੱਤੀ। ਫਿਰ ਕਿਸਾਨਾਂ ਦਾ ਮੋਰਚਾ ਚੱਲ ਰਿਹਾ। ਕਿਸਾਨਾਂ ਦੇ ਮੋਰਚੇ ਵਿੱਚ ਵੀ ਜਿਹੜੇ ਕਿਸਾਨ ਮੋਰਚੇ ਦੇ ਵਿੱਚ ਇਸ ਅੰਦੋਲਨ ਦੇ ਵਿੱਚ ਸ਼ਹੀਦੀ ਪ੍ਰਾਪਤ ਕਰ ਗਏ ਨੇ ਸੋ ਉਹਨਾਂ ਨੂੰ ਵੀ ਅਸੀਂ ਤਕਰੀਬਨ ਕਿਸੇ ਨੂੰ 5,000 ਕਿਸੇ ਨੂੰ 7,000 ਜ਼ਿਆਦਾ ਜਿਹੜੇ ਲੋਕ ਨੇ ਉਹਨਾਂ ਨੂੰ 10,000 ਰੁਪਏ ਮਹੀਨਾ ਉਹਦੀ ਫੈਮਿਲੀ ਨੂੰ ਜਿਹੜਾ ਉਹ ਵੀ ਸਾਡੀ ਕਮੇਟੀ ਬਣੀ ਹੋਈ ਹੈ ਜਿਹੜੀ ਫਾਰਮ ਫਿਲ ਕਰਨ ਤੋਂ ਬਾਅਦ ਤੇ ਉਹ ਡਿਸਾਈਡ ਕਰਦੀ ਹੈ ਕਿ ਕਿੰਨੀ ਪੈਨਸ਼ਨ ਲੱਗਣੀ ਹੈ ਔਰ ਮੈਕਸਿਮਮ ਜਿਹੜੀ 10,000 ਰੁਪਏ ਜਿਹੜੀ ਪੈਨਸ਼ਨ ਆ ਅਸੀਂ ਉਹਨਾਂ ਕਿਸਾਨਾਂ ਨੂੰ ਲਾ ਰਹੇ ਹਾਂ। ਸੋ ਇਹ ਜਿਹੜੀ ਪੈਨਸ਼ਨ ਸਕੀਮ ਸਾਡੀ ਕਾਫੀ ਲੰਮੀ ਚੌੜੀ ਹੋ ਗਈ। ਅਗਰ ਅਸੀਂ ਟੋਟਲ ਗਿਣਤੀ ਕਰੀਏ ਤੇ ਤਕਰੀਬਨ 11,000 ਤੋਂ ਉੱਤੇ ਇਹੋ ਜਿਹੇ ਹੋ ਗਏ ਜਿਨ੍ਹਾਂ ਨੂੰ ਇਹ ਸਾਡੀ ਮੰਥਲੀ ਪੈਨਸ਼ਨ ਜਿਹੜੀ ਜਾ ਰਹੀ ਹੈ ਔਰ ਅੱਗੇ ਤੋਂ ਵੱਧਦੀ ਜਾ ਰਹੀ ਹੈ। ਸੋ ਤਕਰੀਬਨ ਸਾਡੀ ਕੋਸ਼ਿਸ਼ ਹੈ ਟਰਸਟ ਦੀ ਕਿ ਅਸੀਂ ਜਿੰਨੀ ਵੀ ਕਿਸੇ ਤਰੀਕੇ ਨਾਲ ਹੈਲਪ ਕਰ ਸਕੀਏ ਇਸ ਏਜ ਦੇ ਵਿੱਚ ਆ ਕੇ ਜਾਂ ਇਹਨਾਂ ਸ਼ਹੀਦਾਂ ਦੇ ਪਰਿਵਾਰਾਂ ਨੂੰ ਉਹ ਅਸੀਂ ਕਰ ਰਹੇ ਹਾਂ ਔਰ ਅੱਗੇ ਤੋਂ ਵੀ ਕਰਦੇ ਰਹਾਂਗੇ। ਦ ਏਵਨ ਮੀਡੀਆ ਲਈ ਫਿਰੋਜ਼ਪੁਰ ਤੋਂ ਰਣਜੀਤ ਸਿੰਘ ਰਾਏ ਦੀ ਵਿਸ਼ੇਸ਼ ਰਿਪੋਰਟ।